बहुत ही प्यारे बच्चों, ਅੱਜ ਆਪਾਂ ਤੁਹਾਡੇ ਨਾਲ ਪ੍ਰੀਤਮ ਸਿੰਘ ਸਫੀਰ ਜੀ ਦੀਆਂ ਰਚਨਾਵਾਂ ਸਾਂਝੀਆਂ ਕਰਾਂਗੇ। ਪਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਝਾਤ ਪਾਉਂਦੇ ਹਾਂ। ਪ੍ਰੀਤਮ ਸਿੰਘ ਸਫੀਰ ਜੀ ਦਾ ਜਨਮ 10 ਅਪ੍ਰੈਲ 1916 ਈਸਵੀ ਨੂੰ ਪਿਤਾ ਸਰਦਾਰ ਮਹਿਤਾਬ ਸਿੰਘ ਤੇ ਮਾਤਾ ਤੇਜਵੰਤ ਕੌਰ ਦੇ ਘਰ ਪਿੰਡ ਮੱਲਪੁਰ ਜ਼ਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਆਪ ਨੇ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਆਪ ਦੀਆਂ ਕਵਿਤਾ ਦਾ ਇੱਕ ਵਿਲੱਖਣ ਰੰਗ ਹੈ, ਜਿਸ ਵਿੱਚ ਅਧਿਆਤਮਕ, ਵਿਅਕਤੀਵਾਦੀ ਤੇ ਸਮਾਜਵਾਦੀ ਝੁਕਾਅ ਹੈ। ਰੂਪ ਦੇ ਪੱਖ ਤੋਂ ਆਪ ਦੀ ਕਵਿਤਾ ਕਿਤੇ ਕਿਤੇ ਪੂਰਨ ਸਿੰਘ ਦੀ ਕਵਿਤਾ ਵਾਂਗ ਛੰਦ ਬੰਦੀ ਤੋਂ ਖੁੱਲ੍ਹੀ ਪ੍ਰਤੀਤ ਹੁੰਦੀ ਹੈ। ਕੱਤਕ ਕੁੰਜਾਂ, ਪਾਪ ਦੇ ਸੋਇਲੇ, ਰਕਤ ਬੂੰਦਾਂ, ਰਾਗ ਰਿਸ਼ਮਾ, ਗੁਰੂ ਗੋਬਿੰਦ, ਅਨਿਕ ਵਿਸਤਾਰ, ਆਪੇ ਬਹੁ ਰੰਗੀ, ਆਦ ਜੁਗਾਦ, ਸਰਬ ਕਲਾ ਆਦ ਆਪ ਦੇ ਕਾਵ ਸੰਗ੍ਰਹਿ ਹਨ। ਕਵਿਤਾ ਤੋਂ ਬਿਨਾਂ ਵਾਰਤਕ ਦੀਆਂ ਪੁਸਤਕਾਂ, ਮੇਰੀ ਸਾਹਿਤਕ ਜੀਵਨੀ, ਰਚਨਾ ਪ੍ਰਕਿਰਿਆ, ਅਗਨੀ ਅਗੋਚਰ, ਸੰਯੋਗ ਵਿਜੋਗ, ਸਰਬ ਨਿਰੰਤਰ, ਧੁਰਕੀ ਬਾਣੀ, ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਸਾਹਿਤ ਅਕਾਦਮੀ ਦਿੱਲੀ ਵੱਲੋਂ ਆਪ ਦੀ ਕਾਵ ਪੁਸਤਕ ਅਨਿਕ ਵਿਸਤਾਰ ਨੂੰ ਪੁਰਸਕ੍ਰਿਤ ਕੀਤਾ ਗਿਆ ਹੈ। ਆਪ ਦਾ ਦੇਹਾਂਤ 31 ਮਾਰਚ 1999 ਨੂੰ ਹੋਇਆ। ਬੱਚੋ, ਇਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਹੈ ਦੋ ਪਿੱਪਲ ਦੇ ਪੱਤੇ। ਠੀਕ ਹੈ ਨਾ। ਦੋ ਪਿੱਪਲ ਦੇ ਪੱਤੇ ਕੀ ਹੋ ਸਕਦੇ ਨੇ? ਸਿਰਲੇਖ ਤੋਂ ਆਪਾਂ ਨੂੰ ਬੜਾ ਕੁਝ ਪਤਾ ਲੱਗ ਜਾਂਦਾ ਹੈ। ਇਹ ਹਿੰਦੂ ਤੇ ਮੁਸਲਮਾਨ ਨੂੰ ਕਿਹਾ ਗਿਆ ਬੱਚੋ। ਠੀਕ ਹੈ ਨਾ, ਵੀ ਕਿਸ ਤਰ੍ਹਾਂ ਉਹ ਲੜੇ ਸਨ ਹਿੰਦੂ ਤੇ ਮੁਸਲਮਾਨ। ਦੋ ਪਿੱਪਲ ਦੇ ਪੱਤੇ, ਪ੍ਰਸੰਗ ਕੀ ਹੋਏਗਾ ਪੂਰੀ ਦੀ ਪੂਰੀ ਕਵਿਤਾ ਦਾ। ਇਹ ਕਾਵ ਟੋਟਾ ਸਾਹਿਤਕ ਰੂਪ ਤੋਂ ਬਹੁਤ ਸੋਹਣੀ ਹੈ। ਇਹ ਸਾਹਿਤਮਾਲਾ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫੀਰ ਦੀ ਲਿਖੀ ਹੋਈ ਕਵਿਤਾ ਦੋ ਪਿੱਪਲ ਦੇ ਪੱਤੇ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਰਿਸ਼ੀ ਵਿਆਸ ਦੁਆਰਾ ਪਿੱਪਲ ਦੇ ਪੱਤਿਆਂ ਨੂੰ ਦਿੱਤੇ ਸਤਿਕਾਰ ਤੋਂ ਪਾਏ ਫਲ, ਹਿੰਦੁਸਤਾਨ ਵਿੱਚ ਪਿੱਪਲ ਦੇ ਦੋ ਪੱਤਿਆਂ ਰੂਪ ਦੋ ਧਰਮਾਂ ਨਾਲ ਸੰਬੰਧਿਤ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪਏ ਪਾੜ ਦੇ ਸਿੱਟੇ ਵਜੋਂ ਹੋਏ ਖੂਨ ਖਰਾਬੇ ਤੇ ਦੋਹਾਂ ਦੇ ਇਕੱਠੇ ਰਹਿਣ ਦੇ ਮਹੱਤਵ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਰਿਸ਼ੀ ਵਿਆਸ ਦੁਆਰਾ ਪਿੱਪਲ ਦੇ ਪੱਤਿਆਂ ਨੂੰ ਦਿੱਤੇ ਸਤਿਕਾਰ ਤੇ ਪਾਏ ਫਲ ਦਾ ਜ਼ਿਕਰ ਹੈ। ਦੋ ਪਿੱਪਲ ਦੇ ਪੱਤੇ ਤੋੜੇ, ਹੋਰ ਤੋੜ ਕੇ ਪਰੋਤੇ, ਸਿਰ ਤੇ ਬੱਧੇ ਰਿਸ਼ੀ ਵਿਆਸ। ਰਿਸ਼ੀ ਵਿਆਸ ਜੀ ਕੌਣ ਸਨ ਬੱਚੋ? ਕਿਹਾ ਜਾਂਦਾ ਹੈ ਕਿ ਵੇਦਾਂ ਦਾ ਸੰਕਲਨ ਕਰਨ ਵਾਲੇ ਵਿਆਸ ਰਿਸ਼ੀ ਨੇ ਪਿੱਪਲ ਦੇ ਪੱਤਿਆਂ ਨੂੰ ਦੇਵਤਿਆਂ ਦਾ ਰੂਪ ਜਾਣ ਕੇ ਆਪਣੇ ਮੱਥੇ ਉੱਤੇ ਬੰਨ੍ਹਿਆ ਸੀ। ਸੁਰਤੀ ਖਾਏ ਸਵਰਗਾਂ ਵਿੱਚ ਗੋਤੇ, ਦਿਲ ਵਿੱਚ ਪੀਆ ਮਿਲਣ ਦੀ ਆਸ। ਇਸ ਸਮੇਂ ਉਹਨਾਂ ਦੀ ਸੁਰਤੀ ਸਵਰਗਾਂ ਵਿੱਚ ਪਹੁੰਚ ਗਈ। ਰਿਸ਼ੀ ਦੀ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਦੇ ਦਿਲ ਵਿੱਚ ਪ੍ਰਭੂ ਪਤੀ ਨੂੰ ਮਿਲਣ ਦੀ ਆਸ ਸੀ। ਤੁਰ ਪਏ ਨਾਲ ਉਹ ਵੀ, ਤੁਰ ਗਏ ਗਿਆਨ ਸਮੁੰਦਰ ਸੱਤੇ, ਜੁਗ ਜੁਗ ਜਿਉਣ ਪਿੱਪਲ ਦੇ ਪੱਤੇ। ਆਪਣੀ ਸੁਰਤੀ ਦੇ ਨਾਲ ਉਹ ਵੀ ਉਹਨਾਂ ਦੇ ਦਿਮਾਗ ਵਿੱਚ ਉਛਲ ਰਹੇ ਗਿਆਨ ਦੇ ਸਮੁੰਦਰਾਂ ਵਿੱਚ ਸਵਰਗਾਂ ਵਿੱਚ ਚਲੇ ਗਏ। ਰਿਸ਼ੀ ਵੇਦ ਵਿਆਸ ਨੂੰ ਸਵਰਗਾਂ ਵਿੱਚ ਪਿਆ ਪ੍ਰਭੂ ਨਾਲ ਮਿਲਾਉਣ ਵਾਲੇ ਪੱਤੇ ਜੁਗ ਜੁਗ ਅਮਰ ਰਹਿਣ। ਦੋ ਪਿੱਪਲ ਦੇ ਪੱਤੇ ਪੁੰਗਰੇ ਹੋਏ ਹਿੰਦੁਸਤਾਨ, ਤੋੜੇ ਆਣ ਕਿਸੇ ਅਣਭੋਲ। ਕਵੀ ਕਹਿੰਦਾ ਕਿ ਹਿੰਦੁਸਤਾਨ ਵਿੱਚ ਹਿੰਦੂ ਤੇ ਮੁਸਲਮਾਨ ਦੋ ਮਜ਼ਹਬਾਂ ਦੇ ਰੂਪ ਵਿੱਚ ਦੋ ਪਿੱਪਲ ਦੇ ਪੱਤੇ ਪੁੰਗਰੇ ਹੋਏ ਸਨ, ਪਰ ਕਿਸੇ ਨੇ ਅਣਭੋਲ ਹੀ ਉਹਨਾਂ ਨੂੰ ਤੋੜ ਦਿੱਤਾ। ਉਂਝ ਤਾਂ ਇੱਕੋ ਜਿਹੇ ਇਨਸਾਨ ਹੋ ਪਿਆ ਦੋ ਮਜ਼ਹਬਾਂ ਦਾ ਘੋਲ। ਉਂਝ ਇਨਸਾਨ ਤਾਂ ਸਾਰੇ ਇੱਕੋ ਜਿਹੇ ਹੀ ਹਨ, ਭਾਵੇਂ ਉਹ ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ, ਪਰ ਉਹਨਾਂ ਨੂੰ ਇੱਕ ਦੂਜੇ ਨਾਲੋਂ ਤੋੜਨ ਨਾਲ ਮਜ਼ਹਬਾਂ ਵਿੱਚ ਆਪਸੀ ਖਿੱਚੋਤਾਣ ਸ਼ੁਰੂ ਹੋ ਗਈ। ਡੁੱਲਾ ਖੂਨ ਇੱਕ ਥਾਂ ਲੂ ਲੂ ਹੋ ਗਈ ਜ਼ਿਮੀ ਦੇ ਰੱਤੇ, ਕੀ ਟੁੱਟੇ ਦੋ ਆਫਤ ਦੇ ਪੱਤੇ। ਜਿਸ ਦੇ ਸਿੱਟੇ ਵਜੋਂ ਦੋਹਾਂ ਦਾ ਖੂਨ ਇੱਕ ਥਾਂ ਡੁੱਲਿਆ ਤੇ ਧਰਤੀ ਦਾ ਜ਼ਰਾ ਜ਼ਰਾ ਖੂਨ ਨਾਲ ਰੰਗਿਆ ਗਿਆ। ਇਸ ਪ੍ਰਕਾਰ ਇਹਨਾਂ ਮਜ਼ਹਬ ਦੇ ਰੂਪ ਦੇ ਜੋ ਪੱਤੇ ਹਨ ਉਹ ਇੱਕ ਆਫਤ ਦੇ ਵਜੋਂ ਟੁੱਟੇ। ਮਤਲਬ ਦੋ ਪਿੱਪਲ ਦੇ ਪੱਤੇ ਜੁੜਦੇ ਕਮਲ ਪ੍ਰੀਤ ਦੇ ਨਾਲ, ਰਲ ਮਿਲ ਝੂਮ ਝੂਮ ਹੋ ਚੱਲੇ, ਦੋ ਦਿਲ ਚੱਲਦੇ ਇੱਕੋ ਚਾਲ, ਡਿੱਗ ਪਏ ਸਾਂ ਟਾਣੀ ਤੋਂ ਥੱਲੇ, ਨਾ ਕੋਈ ਹੂਰ ਚੁਗੇ, ਨਾ ਕੋਈ ਤੁੰਬੇ ਤੇ ਨਾ ਕੋਈ ਕੱਤੇ, ਰੁਲਦੇ ਦੋ ਪਿੱਪਲ ਦੇ ਪੱਤੇ।
ਕਵੀ ਕਹਿੰਦਾ ਹੈ ਕਿ ਦੋ ਪਿੱਪਲ ਦੇ ਪੱਤਿਆਂ ਰੂਪ ਦੋ ਮਜ਼ਹਬ ਹਿੰਦੂ ਭਾਵ ਮੁਸਲਮਾਨ ਨਾਲ ਸੰਬੰਧ ਰੱਖਣ ਵਾਲੇ ਲੋਕ ਜਦੋਂ ਕਮਲ ਦਾ ਪਾਣੀ ਨਾਲ ਪ੍ਰੀਤੀ ਵਾਂਗ ਜੁੜੇ ਹੋਏ ਸਨ, ਮਤਲਬ ਮਿਲ ਕੇ ਰਹਿੰਦੇ ਸਨ, ਰਲ ਮਿਲ ਕੇ ਝੂਮਦੇ ਸਨ। ਉਹਨਾਂ ਦੀ ਮਸਤੀ ਦਾ ਕਾਰਨ ਇਹ ਸੀ ਕਿ ਦੋਹਾਂ ਦੇ ਦਿਲ ਇੱਕੋ ਚਾਲੇ ਚੱਲਦੇ ਸਨ, ਮਤਲਬ ਇੱਕੋ ਸੋਚ ਸੀ, ਪਿਆਰ ਕਰਦੇ ਸੀ ਇੱਕ ਦੂਜੇ ਨੂੰ ਬਹੁਤ ਹਿੰਦੂ ਮੁਸਲਮਾਨ। ਪਰ ਜਦੋਂ ਉਹ ਟਾਹਣੀ ਤੋਂ ਹੇਠਾਂ ਜ਼ਮੀਨ ਉੱਤੇ ਡਿੱਗ ਪਏ ਤਾਂ ਉਹਨਾਂ ਨੂੰ ਕਿਸੇ ਸੁੰਦਰੀ ਨੇ ਚੁੱਕਣ ਦਾ ਯਤਨ ਨਾ ਕੀਤਾ ਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਕੱਤਣ ਜਾਂ ਤੁੰਬਣ ਦਾ ਯਤਨ ਕੀਤਾ ਸੀ, ਅਰਥਾਤ ਨਾ ਕਿਸੇ ਨੇ ਉਹਨਾਂ ਨੂੰ ਹੱਥ ਲਾਏ ਤੇ ਨਾ ਕਿਸੇ ਦੇ ਕੰਮ ਵਿੱਚ ਲਿਆਂਦੇ। ਉਹ ਜ਼ਮੀਨ ਉੱਤੇ ਰੁਲਦੇ ਰਹੇ। ਇਹੋ ਹਾਲ ਹੀ ਵੱਖ-ਵੱਖ ਹੋਏ ਦੋ ਧਰਮਾਂ ਦੇ ਲੋਕਾਂ ਦਾ ਹੁੰਦਾ ਹੈ। ਉਹ ਰੁਲਦੇ ਰਹਿੰਦੇ ਹਨ ਤੇ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ। ਬਹੁਤ ਸੋਹਣੀ ਕਵਿਤਾ ਹੈ ਬੱਚਿਓ, ਮਨੁੱਖ ਨੂੰ ਸੇਧ ਦਿੰਦੀ ਹੈ ਇਹ ਕਵਿਤਾ। ਪ੍ਰੀਤਮ ਸਿੰਘ ਸਫੀਰ ਆਪਣੀ ਕਵਿਤਾ ਵਿੱਚ ਦੋ ਪਿੱਪਲ ਦੇ ਪੱਤੇ ਵਿੱਚ ਇਹ ਲਿਖਦੇ ਹਨ ਕਿ ਪਿੱਪਲ ਦੇ ਪੱਤਿਆਂ ਰੂਪ ਦੋ ਮਜ਼ਹਬ ਭਾਵ ਹਿੰਦੂ ਤੇ ਮੁਸਲਮਾਨ ਨਾਲ ਸੰਬੰਧ ਰੱਖਣ ਵਾਲੇ ਲੋਕ ਜਦੋਂ ਕਮਲ ਦੇ ਪਾਣੀ ਨਾਲ ਸਿੰਜੇ ਹੁੰਦੇ ਹਨ, ਮਤਲਬ ਪ੍ਰੀਤ ਨਾਲ ਸਿੰਜੇ ਹੁੰਦੇ ਹਨ ਤਾਂ ਖੁਸ਼ ਰਹਿੰਦੇ ਹਨ, ਪਰ ਜਦੋਂ ਲੜਦੇ ਹਨ ਆਪਸ ਦੇ ਵਿੱਚ ਤਾਂ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ। ਕੇਂਦਰੀ ਭਾਵ ਬੱਚੋ ਇਸ ਦਾ ਪਿੱਪਲ ਦੇ ਪੱਤਿਆਂ ਨੂੰ ਇਕੱਠੇ ਪਰੋ ਕੇ ਆਪਣੇ ਸਿਰ ਉੱਤੇ ਬੰਨ੍ਹਣ ਨਾਲ ਰਿਸ਼ੀ ਵਿਆਸ ਨੂੰ ਪਿਆ ਪ੍ਰਭੂ ਤੇ ਸਵਰਗ ਦੀ ਪ੍ਰਾਪਤੀ ਹੋਈ। ਹਿੰਦੁਸਤਾਨ ਵਿੱਚ ਪੁੰਗਰੇ ਦੋ ਪਿੱਪਲ ਦੇ ਪੱਤੇ ਰੂਪ ਦੋ ਮਜ਼ਹਬ ਭਾਵ ਹਿੰਦੂ ਤੇ ਮੁਸਲਮਾਨ ਨੂੰ ਜਦੋਂ ਤੋੜਿਆ, ਜਦੋਂ ਉਹ ਲੜੇ ਸੀ ਆਪਸ ਦੇ ਵਿੱਚ, ਖੂਨ ਖਰਾਬਾ ਹੋਇਆ ਸੀ ਬਹੁਤ ਜ਼ਿਆਦਾ, ਬਹੁਤ ਘਾਣ ਹੋਇਆ ਸੀ ਉਦੋਂ ਜਦੋਂ ਇਕੱਠੇ ਸਨ, ਮਸਤ ਸਨ। ਇਸ ਕਵਿਤਾ ਰਾਹੀਂ ਹਿੰਦੂ ਤੇ ਮੁਸਲਮਾਨ ਏਕਤਾ ਦਾ ਸੰਦੇਸ਼ ਦਿੱਤਾ ਗਿਆ ਹੈ। ਦੋ ਪਿੱਪਲ ਦੇ ਪੱਤਿਆਂ ਵਿੱਚ ਕਿਹੜੇ ਰਿਸ਼ੀ ਦਾ ਜ਼ਿਕਰ ਆਇਆ ਹੈ? ਰਿਸ਼ੀ ਵਿਆਸ ਦਾ। ਰਿਸ਼ੀ ਵੇਦ ਵਿਆਸ ਨੇ ਪਿੱਪਲ ਦੇ ਪੱਤੇ ਕਿੰਨੇ ਤੋੜੇ ਸਨ? 2। ਵੇਦ ਵਿਆਸ ਨੇ ਪਿੱਪਲ ਦੇ ਪੱਤੇ ਕਿੱਥੇ ਬੰਨੇ ਸਨ? ਮੱਥੇ ਉੱਤੇ, ਸਿਰ ਉੱਤੇ ਮਤਲਬ। ਰਿਸ਼ੀ ਵਿਆਸ ਨੂੰ ਦਿਲ ਵਿੱਚ ਕਿਸ ਨੂੰ ਮਿਲਣ ਦੀ ਆਸ ਸੀ? ਰੱਬ ਨੂੰ। ਦੋ ਪਿੱਪਲ ਦੇ ਪੱਤੇ ਕਵਿਤਾ ਵਿੱਚ ਕਵੀ ਕਿਹੜੇ ਦੁਖਾਂਤ ਵੱਲ ਇਸ਼ਾਰਾ ਕਰਦਾ ਹੈ? 1947 ਦੇ ਫਿਰਕੂ ਫਸਾਦਾਂ ਵੱਲ, ਮਤਲਬ ਧਰਮ ਦੇ ਤੌਰ ਤੇ ਲੜਾਈ ਵੱਲ। ਦੋ ਪਿੱਪਲ ਦੇ ਪੱਤੇ ਕਵਿਤਾ ਵਿੱਚ ਕਵੀ ਕਿਹੜੇ ਦੁੱਖ ਨੂੰ ਬਿਆਨ ਕਰਦਾ ਹੈ? ਹਿੰਦੂ ਮੁਸਲਮਾਨਾਂ ਦੇ ਵਿੱਚ ਖੂਨ ਖਰਾਬੇ ਦੀ। ਅੱਗੇ ਆ ਗਿਆ ਬੱਚੋ ਇੱਕ ਮਿੱਟੀ ਦੀ ਮੁੱਠੀ। ਇਸ ਦੇ ਵਿੱਚ ਪ੍ਰਸੰਗ ਕਰਦੇ ਆਪਾਂ ਪਹਿਲਾਂ। ਇਹ ਕਾਵ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਇੱਕ ਮਿੱਟੀ ਦੀ ਮੁੱਠੀ ਵਿੱਚੋਂ ਲਿਆ ਗਿਆ ਹੈ। ਇਹ ਇੱਕ ਰਹੱਸਵਾਦੀ ਕਵਿਤਾ ਹੈ। ਇਸ ਵਿੱਚ ਕਵੀ ਦੱਸਦਾ ਹੈ ਕਿ ਮਿੱਟੀ ਦੀ ਇੱਕ ਮੁੱਠੀ ਵਿੱਚ ਹਜ਼ਾਰਾਂ ਨਕਸ਼ ਗੁਆਚੇ ਹੋਏ ਹਨ। ਬੰਦਾ ਵੀ ਮਿੱਟੀ ਦੀ ਇੱਕ ਮੁੱਠ ਹੈ ਜੋ ਆਪਣੀ ਹਕੀਕਤ ਭੁੱਲ ਕੇ ਹਉਮੈ ਵਿੱਚ ਫਸਿਆ ਰਹਿੰਦਾ ਹੈ। ਸਾਰੇ ਜਿੰਨੇ ਵੀ ਮਹਾਨ ਰਿਸ਼ੀ ਹੋਏ ਨੇ, ਫਕੀਰ ਹੋਏ ਨੇ, ਇਨਸਾਨ ਹੋਏ ਨੇ, ਹੈ ਨਾ, ਉਹ ਸਾਰੇ ਮਨੁੱਖ ਨੂੰ ਮਿੱਟੀ ਦੀ ਮੁੱਠੀ ਦੱਸਦੇ ਨੇ ਵੀ ਹਉਮੈ ਕਾਹਦੀ ਕਰਦਾ, ਉਹ ਹੰਕਾਰ ਕਾਹਦਾ ਕਰਦਾ ਹੈ। ਠੀਕ ਹੈ, ਇਹੀ ਕਵਿਤਾ ਹੈ। ਇੱਕ ਮਿੱਟੀ ਦੀ ਮੁੱਠੀ ਭਰ ਕੇ ਨੈਣਾ ਨਾਲ ਨੀਜਲਾ ਤੱਕੀ, ਨਕਸ਼ ਗਵਾਚੇ ਹੋਏ ਨਾ ਦਿਸੇ, ਹੋਠ ਹਸਾ ਨਾ ਸਕੀ। ਮੈਂ ਮਿੱਟੀ ਦੀ ਇੱਕ ਮੁੱਠੀ ਭਰ ਕੇ ਉਸ ਨੂੰ ਆਪਣੀਆਂ ਅੱਖਾਂ ਨਾਲ ਨੀਝ ਲਾ ਕੇ ਦੇਖਿਆ। ਉਸ ਵਿੱਚੋਂ ਮੈਨੂੰ ਹਜ਼ਾਰਾਂ ਰਾਜਿਆਂ, ਮਹਾਰਾਜਿਆਂ ਤੇ ਸੂਰਬੀਰਾਂ ਦੇ ਗੁਆਚੇ ਹੋਏ ਨਕਸ਼ ਦਿਖਾਈ ਨਾ ਦਿੱਤੇ, ਕਿਉਂਕਿ ਉਹ ਸਭ ਮਿੱਟੀ ਹੀ ਬਣ ਚੁੱਕੇ ਸਨ। ਇਸ ਕਰਕੇ ਮਿੱਟੀ ਦੀ ਮੁੱਠੀ ਨੇ ਮੇਰੀਆਂ ਅੱਖਾਂ ਨੂੰ ਕੋਈ ਖੁਸ਼ੀ ਨਾ ਦਿੱਤੀ। ਲੱਭ ਲੱਭ ਚਮਕੀਲੀਆਂ ਘੁੰਗਰਾਲੀਆਂ ਨਜ਼ਰ ਸਹਿ ਕੇ ਥੱਕੀ, ਕੇਰ ਕੇਰ ਉਂਗਲਾਂ ਚੋਂ ਭੌਂ ਤੇ ਕੂਕ ਅੰਤ ਮੈਂ ਉੱਠੀ, ਹਾਏ ਨੀ ਇੱਕ ਮਿੱਟੀ ਦੀ ਮੁੱਠੀ। ਮੈਂ ਮਿੱਟੀ ਦੀ ਮੁੱਠ ਵਿੱਚ ਚਮਕਦੇ ਕਿਣਕਿਆਂ ਨੂੰ ਨਜ਼ਰ ਨਾਲ ਫੋਲ ਫੋਲ ਕੇ ਦੇਖਿਆ। ਮੇਰੀ ਨਜ਼ਰ ਗੁਆਚੇ ਨਕਸ਼ਾਂ ਨੂੰ ਲੱਭਣ ਲਈ ਸਹਿਕਦੀ ਹੋਈ ਥੱਕ ਗਈ। ਅੰਤ ਮੈਂ ਉਸ ਨੂੰ ਹੌਲੇ ਹੌਲੇ ਆਪਣੀਆਂ ਉਂਗਲਾਂ ਵਿੱਚੋਂ ਜ਼ਮੀਨ ਉੱਤੇ ਕੇਰ ਮਤਲਬ ਸੁੱਟ ਰਿਹਾ ਹਾਂ। ਫਿਰ ਮੈਂ ਅੰਦਰ ਕੂਕ ਜਿਹੀ ਉੱਠੀ ਪ੍ਰਤੀਤ ਕਰਦਾ ਹਾਂ ਕਿ ਕਿੱਥੇ ਗਵਾਚ ਗਈ ਇਹ ਮਿੱਟੀ ਦੀ ਮੁੱਠੀ। ਇੱਕ ਮਿੱਟੀ ਦੀ ਮੁੱਠੀ ਸੁਫਨੇ ਸੈ ਬ੍ਰਹਮੰਡਾ, ਕੁੱਲ ਹੁਸਨਾਂ ਦੇ ਇੱਕ ਇੱਕ ਕਿਣਕੇ ਵਿੱਚ ਸਾਂਭੇ ਹੋਏ, ਫੁੱਲਾਂ ਦੇ ਦਰਿਆ ਦੇ ਹੁਸ਼ਨਾਕਾਂ ਦੇ ਦਿਲ ਪਰੋਏ, ਝੁੱਲ ਪੈਂਦੇ ਵਿੱਚ ਸਖਤ ਹਵਾ ਦੇ, ਕਦੇ ਜ਼ਮੀਨ 'ਤੇ ਫਿਰ ਸਿਸਕਦੀ, ਆ ਪੈਂਦੀ ਏ ਪੁੱਠੀ, ਕੀ ਬੋਲੇ
ਇਹ ਮਿੱਟੀ ਦੀ ਮੁੱਠੀ। ਕਵੀ ਲਿਖਦਾ ਹੈ ਕਿ ਮੈਂ ਜੋ ਮਿੱਟੀ ਦੀ ਇੱਕ ਮੁੱਠ ਭਰ ਕੇ ਜ਼ਮੀਨ ਉੱਤੇ ਕੇਰੀ ਸੁੱਟੀ, ਉਸ ਦੇ ਇੱਕ ਇੱਕ ਕਿਣਕੇ ਵਿੱਚ ਸੈਂਕੜੇ ਬ੍ਰਹਿਮੰਡ ਤੇ ਸਭ ਪ੍ਰਕਾਰ ਦੇ ਹੁਸਨਾਂ ਦੇ ਸੁਪਨੇ ਸਾਮੇ ਹੋਏ ਹਨ। ਇਸ ਵਿੱਚ ਫਲਾਂ, ਫੁੱਲਾਂ, ਦਰਿਆਵਾਂ ਤੇ ਸੋਹਣਿਆਂ ਦਿਲਾਂ ਦੇ ਅਹਿਸਾਸ ਲੁਕੇ ਹੋਏ ਹਨ। ਕਿਸੇ ਵੇਲੇ ਜਦੋਂ ਤੇਜ਼ ਹਵਾ ਆਉਂਦੀ ਹੈ ਤਾਂ ਸਭ ਮਿੱਟੀ ਦੇ ਉੱਡਣ ਨਾਲ ਉੱਡ ਪੈਂਦੇ ਹਨ। ਕਦੇ ਇਹ ਮਿੱਟੀ ਦੀ ਮੁੱਠ ਸਿਸਕਦੀ ਹੋਈ ਸਿਰ ਭਾਰ ਜ਼ਮੀਨ ਉੱਤੇ ਆ ਡਿੱਗਦੀ ਹੈ। ਸਾਨੂੰ ਮਿੱਟੀ ਦੀ ਇੱਕ ਮੁੱਠ ਬੋਲ ਕੇ ਦੱਸ ਰਹੀ ਹੈ ਕਿ ਉਸ ਦੇ ਵਿੱਚ ਕਿੰਨਾ ਕੁਝ ਸਾਂਭਿਆ ਪਿਆ ਹੈ। ਇੱਕ ਮਿੱਟੀ ਦੀ ਮੁੱਠੀ, ਆਵੇ ਨੀ ਕੋਈ ਜਿੰਦ ਆ ਤੈਨੂੰ ਜੋੜੇ, ਵਸੇ ਕਿਸੇ ਸਿਤਾਰੇ ਅੰਦਰ, ਉੱਡ ਉੱਡ ਕੇ ਰੂਹ ਮੇਰੀ ਲੋੜੇ, ਹੋਵੇ ਜੇ ਸੌਜਾਂ ਦਾ ਮੰਦਰ, ਫਿਰ ਨਾ ਉਪਾਸ਼ਕ ਥੋੜੇ, ਨਾ ਪਰ ਹੁਸਨ ਨਾ ਇਸ਼ਕ ਨਿਆਜ਼ਾਂ, ਜਦ ਤੀਕਰ ਜਿੱਤ ਰੁੱਠੀ, ਭੁੱਲੇ ਪਈ ਇੱਕ ਮਿੱਟੀ ਦੀ ਮੁੱਠੀ। ਹੋਵੇ ਜੇ ਸੌਜਾਂ ਦਾ ਮੰਦਰ, ਫਿਰ ਨਾ ਉਪਾਸ਼ਕ ਥੋੜੇ, ਨਾ ਪਰ ਹੁਸਨ ਨਾ ਇਸ਼ਕ ਨਿਆਜ਼ਾਂ, ਜਦ ਤੀਕਰ ਜਿੰਦ ਰੁੱਠੀ, ਭੁੱਲੇ ਪਈ ਇੱਕ ਮਿੱਟੀ ਦੀ ਮੁੱਠੀ। ਕਵੀ ਕਹਿੰਦਾ ਹੈ ਕਿ ਬੰਦੇ ਦਾ ਸਰੀਰ ਵੀ ਮਿੱਟੀ ਦੀ ਇੱਕ ਮੁੱਠੀ ਹੈ। ਜਦੋਂ ਇਸ ਵਿੱਚ ਜਿੰਦ ਆ ਕੇ ਜੁੜ ਜਾਂਦੀ ਹੈ ਤਾਂ ਹਉਮੈ ਵਸ ਹੋ ਕੇ ਧਰਤੀ ਉੱਪਰ ਨਹੀਂ ਸਗੋਂ ਸਿਤਾਰਿਆਂ ਵਿੱਚ ਵਸਦੀ ਹੈ ਤੇ ਉਸ ਦੀ ਰੂਹ ਉੱਡਣਾ ਲੋਚਦੀ ਹੈ। ਜੇਕਰ ਜਿੰਦ ਵਾਲੀ ਮਿੱਟੀ ਅਰਥਾਤ ਮਨੁੱਖੀ ਸਰੀਰ ਗੁਣਾਂ ਦਾ ਮੰਦਰ ਹੋਵੇ ਤਾਂ ਇਹਨੂੰ ਪਿਆਰ ਕਰਨ ਵਾਲਿਆਂ ਦੀ ਘਾਟ ਨਹੀਂ ਹੁੰਦੀ। ਇਹਦੇ ਬਥੇਰੇ ਉਪਾਸ਼ਕ ਮਿਲ ਜਾਂਦੇ ਹਨ, ਪਰ ਜੇਕਰ ਇਹ ਮਿੱਟੀ ਦੀ ਮੁੱਠੀ ਤੋਂ ਜਿੰਦ ਰੁੱਸੀ ਰਹੇ ਤਾਂ ਇਹ ਮੁਰਦਾ ਹੁੰਦੀ ਹੈ। ਫਿਰ ਨਾ ਇਸ ਦਾ ਕੋਈ ਹੁਸਨ ਹੁੰਦਾ ਹੈ, ਨਾ ਹੀ ਨਾਜ਼ ਨਖਰਾ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਸਰੀਰ ਜਿੰਦ ਤੋਂ ਬਿਨਾਂ ਮਿੱਟੀ ਦੀ ਇੱਕ ਮੁੱਠੀ ਹੈ। ਕੇਂਦਰੀ ਭਾਵ ਬੱਚੋ, ਪ੍ਰੀਤਮ ਸਿੰਘ ਸਫੀਰ ਆਪਣੀ ਕਵਿਤਾ ਇੱਕ ਮਿੱਟੀ ਦੀ ਮੁੱਠੀ ਵਿੱਚ ਮਨੁੱਖੀ ਜੀਵਨ ਸੰਬੰਧੀ ਰਹੱਸਵਾਦੀ ਭਾਵ ਪ੍ਰਗਟ ਕਰਦਿਆਂ ਕਹਿੰਦਾ ਹੈ ਕਿ ਬੰਦੇ ਦਾ ਸਰੀਰ ਵੀ ਇੱਕ ਮਿੱਟੀ ਦੀ ਮੁੱਠ ਹੈ। ਜਦੋਂ ਇਸ ਵਿੱਚ ਜਿੰਦ ਰਹਿੰਦੀ ਹੈ, ਜਾਨ ਰਹਿੰਦੀ ਹੈ ਤਾਂ ਇਹ ਉੱਡਦਾ ਹੈ, ਸਿਤਾਰਿਆਂ ਤੱਕ ਪਹੁੰਚਦਾ ਹੈ। ਪਰ ਜਦੋਂ ਜਾਨ ਨਾ ਰਹੇ ਤਾਂ ਇਹ ਬੇਜਾਨ ਹੋ ਜਾਂਦਾ ਹੈ। ਠੀਕ ਹੈ, ਇਹੀ ਜਾਨ ਅਗਰ ਉਹ ਵਧੀਆ ਰਹੇ, ਵਧੀਆ ਗੁਣਾਂ ਵਾਲੀ ਹੋਵੇ ਤਾਂ ਸਾਰੇ ਲੋਕ ਇਹਨੂੰ ਪੂਜਣ। ਠੀਕ ਹੈ, ਇਸ ਕਰਕੇ ਇਨਸਾਨ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ, ਕਿਉਂਕਿ ਪੂਰੇ ਦੇ ਪੂਰੇ ਲੋਕ ਨੇ ਉਹ ਮਿੱਟੀ ਦੀ ਮੁੱਠ ਬਣ ਕੇ ਇੱਥੋਂ ਚਲੇ ਗਏ ਹਨ, ਹੈ ਨਾ। ਵੱਡੇ ਵੱਡੇ ਰਾਜੇ ਮਹਾਰਾਜੇ ਉਹ ਲੱਭਦੇ ਨਹੀਂ, ਇਸ ਕਰਕੇ ਇਨਸਾਨ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਠੀਕ ਹੈ ਬੱਚੋ, ਕਿਉਂਕਿ ਮਿੱਟੀ ਦੀ ਇੱਕ ਮੁੱਠੀ ਵਿੱਚ ਹਜ਼ਾਰਾਂ ਨਕਸ਼ ਗੁਆਚੇ ਹੋਏ ਹਨ। ਬੰਦਾ ਵੀ ਇੱਕ ਮਿੱਟੀ ਦੀ ਮੁੱਠ ਹੈ। ਜਦੋਂ ਇਸ ਵਿੱਚ ਜਾਨ ਹੁੰਦੀ ਹੈ ਤਾਂ ਹਉਮੈ ਵਿੱਚ ਫਸ ਜਾਂਦਾ ਹੈ। ਉਸ ਦੇ ਹੁਸਨ ਦੇ ਕਈ ਉਪਾਸ਼ਕ ਬਣ ਸਕਦੇ ਹਨ ਜੇਕਰ ਉਹ ਚੰਗੇ ਕੰਮ ਕਰੇ। ਠੀਕ ਹੈ ਨਾ ਬੱਚੋ। ਹੁਣ ਪ੍ਰਸ਼ਨ ਉੱਤਰ ਦੇਖਦੇ ਹਾਂ। ਇੱਕ ਮਿੱਟੀ ਦੀ ਮੁੱਠ ਕਿਹਨਾਂ ਨੇ ਲਿਖਿਆ? ਪ੍ਰੀਤਮ ਸਿੰਘ ਸਫੀਰ ਜੀ ਨੇ। ਠੀਕ ਹੈ, ਇੱਕ ਮਿੱਟੀ ਦੀ ਮੁੱਠੀ। ਠੀਕ ਹੈ, ਕਵੀ ਮਿੱਟੀ ਦੀ ਮੁੱਠੀ ਵਿੱਚ ਨੀਝ ਲਾ ਕੇ ਕੀ ਦੇਖ ਰਿਹਾ ਹੈ? ਗੁਆਚੇ ਹੋਏ ਨਕਸ਼। ਮਿੱਟੀ ਦੇ ਇੱਕ ਕਿਣਕੇ ਵਿੱਚ ਕਿਸ ਪ੍ਰਕਾਰ ਦੇ ਹੁਸਨਾਂ ਦੇ ਸੁਪਨੇ ਸਾਂਭੇ ਹਨ? ਸੈਂਕੜੇ ਬ੍ਰਹਿਮੰਡਾਂ ਦੇ ਹੁਸਨਾਂ ਦੇ। ਕਵੀ ਅਨੁਸਾਰ ਬੰਦੇ ਦਾ ਸਰੀਰ ਕੀ ਹੈ? ਇੱਕ ਮਿੱਟੀ ਦੀ ਮੁੱਠੀ। ਮਿੱਟੀ ਦੀ ਮੁੱਠੀ ਰੂਪ ਸਰੀਰ ਵਿੱਚ ਜਦੋਂ ਜਿੰਦ ਜਾਨ ਹੁੰਦੀ ਹੈ ਤਾਂ ਉਸ ਦੀ ਕੀ ਅਵਸਥਾ ਹੁੰਦੀ ਹੈ? ਹਉਮੈ ਦੀ। ਠੀਕ ਹੈ, ਉਮੀਦ ਹੈ ਕਿ ਤੁਸੀਂ ਚੰਗੇ ਕੰਮ ਕਰੋਗੇ ਬੱਚਿਓ, ਕਿਉਂਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਹਰ ਕੋਈ ਯਾਦ ਰੱਖਦਾ ਹੈ, ਪਿਆਰ ਕਰਦਾ ਹੈ, ਹਰ ਕੋਈ ਚਾਹੁੰਦਾ ਹੈ। ਠੀਕ ਹੈ ਬੱਚਿਓ, ਮਾੜੇ ਕੰਮ ਕਰਨ ਵਾਲਿਆਂ ਨੂੰ ਕੋਈ ਪਸੰਦ ਨਹੀਂ ਕਰਦਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।